हेलो स्टूडेंट्स, मैं सुखविंदर कौर फ्रॉम डिपार्टमेंट ऑफ इकनॉमिक्स GGDST कॉलेज हरियाणा हुशियारपुर। इस वीडियो ਦੇ ਵਿੱਚ ਅਸੀਂ ਅੱਜ ਟੌਪਿਕ ਕਰਨ ਜਾ ਰਹੇ ਹਾਂ ਇਕਨੋਮਿਕ ਸਿਸਟਮ, ਮੀਨਿੰਗ ਐਂਡ ਟਾਈਪਸ। ਲਾਸਟ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਹੈ ਇਕਨੋਮਿਕ ਪਾਲਿਸੀਜ਼ ਦੀ, ਜਿਹਦੇ ਵਿੱਚ ਆਪਾਂ ਦੇਖਿਆ ਕਿ ਇਕਨੋਮਿਕ ਪਾਲਿਸੀ ਕੀ ਹੁੰਦੀ ਹੈ। Economic policy refers to the actions that governments take in the economic field। ਇਕਨੋਮਿਕ ਫੀਲਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਐਕਸ਼ਨਸ, ਜਿਹੜੀਆਂ ਸਟੈਪਸ ਗਵਰਨਮੈਂਟ ਅਡੋਪਟ ਕਰਦੀ ਹੈ, ਉਹ ਸਾਰੇ ਸਟੈਪਸ ਨੂੰ ਅਸੀਂ ਇਕਨੋਮਿਕ ਪਾਲਿਸੀਜ਼ ਕਹਿੰਦੇ ਹਾਂ। ਇਕਨੋਮਿਕ ਪਾਲਿਸੀਜ਼ ਕਿਸ ਤਰ੍ਹਾਂ ਦੀਆਂ ਹੋਣਗੀਆਂ? ਬਹੁਤ ਜ਼ਿਆਦਾ ਇਸ ਚੀਜ਼ ਨੂੰ ਇਫੈਕਟ ਕਰਦਾ ਇਕਨੋਮਿਕ ਸਿਸਟਮ। ਹੁਣ ਕੁਐਸਚਨ ਇਹ ਹੈ ਕਿ ਇਕਨੋਮਿਕ ਸਿਸਟਮ ਹੁੰਦਾ ਕੀ ਹੈ ਅਤੇ ਕਿੰਨੀਆਂ ਟਾਈਪਸ ਇਕਨੋਮਿਕ ਸਿਸਟਮ ਦੀਆਂ ਸਾਡੇ ਕੋਲ ਹੈਗੀਆਂ, ਜਿਨ੍ਹਾਂ ਦੀ ਆਪਾਂ ਸਟੱਡੀ ਕਰਦੇ ਹਾਂ, ਜਾਂ ਜਿਹੜੀਆਂ ਇਸ ਟਾਈਮ 'ਤੇ ਅਸਲ ਦੇ ਵਿੱਚ ਪਾਈਆਂ ਜਾ ਰਹੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ। ਹਰੇਕ ਦੇਸ਼ ਦੀ ਇੱਕ ਅਲੱਗ ਟਾਈਪ, ਹਰੇਕ ਦੇਸ਼ ਦਾ ਇੱਕ ਅਲੱਗ ਇਕਨੋਮਿਕ ਸਿਸਟਮ ਹੁੰਦਾ। ਸਭ ਤੋਂ ਪਹਿਲਾ ਕੁਐਸਚਨ ਤੇ ਕਿ ਇਕਨੋਮਿਕ ਸਿਸਟਮ ਕੀ ਹੈ। ਇਕਨੋਮਿਕ ਸਿਸਟਮ ਇਜ਼ ਡਿਫਾਈਨਡ as an arrangement by which the central problems of the economy are solved। ਇਕੋਨਮੀ ਦੇ ਵਿੱਚ ਬਿਨਾਂ ਸ਼ੱਕ ਪ੍ਰੋਬਲਮਸ ਆਉਣਗੀਆਂ, ਜਿਹੜੀਆਂ ਇਕੋਨਮੀ ਦੀਆਂ ਮੇਨ ਪ੍ਰੋਬਲਮਸ, ਜਿਨ੍ਹਾਂ ਨੂੰ ਇਹ ਸੈਂਟਰਲ ਪ੍ਰੋਬਲਮਸ ਕਿਹਾ, ਬੇਸਿਕ ਪ੍ਰੋਬਲਮਸ ਜਿਹੜੀਆਂ ਆਉਂਦੀਆਂ, ਉਹਨਾਂ ਸੈਂਟਰਲ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਸਿਸਟਮ ਅਡੋਪਟ ਕੀਤਾ ਜਾਂਦਾ, ਉਸ ਸਿਸਟਮ ਨੂੰ ਕੀ ਕਹਿੰਦੇ ਆ? ਇਕਨੋਮਿਕ ਸਿਸਟਮ। ਹਰੇਕ ਕੰਟਰੀ ਦਾ ਅਲੱਗ-ਅਲੱਗ ਤਰ੍ਹਾਂ ਦਾ ਸਿਸਟਮ ਹੁੰਦਾ ਹੈ। ਜਿਸ ਤਰ੍ਹਾਂ ਪੋਲੀਟੀਕਲ ਲੈਵਲ ਦੇ ਉੱਤੇ ਵੀ ਦੇਖੀਏ ਤਾਂ ਕਿਤੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਪਾਈ ਜਾ ਰਹੀ ਹੈ, ਕਿਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਪਾਈ ਜਾ ਰਹੀ ਹੈ। ਜਿਸ ਤਰ੍ਹਾਂ ਸਾਡੇ ਇੱਧਰ ਅਸੀਂ ਆਪਣੇ ਜਿਹੜੇ ਰਿਪਰੈਜ਼ੈਂਟੇਟਿਵਸ ਆ, ਉਹਨਾਂ ਨੂੰ ਇਲੈਕਟ ਕਰਕੇ ਲੋਕ ਸਭਾ ਦੇ ਵਿੱਚ ਜਾਂ ਇਨਡਾਇਰੈਕਟ ਵੇ ਦੇ ਵਿੱਚ ਸਿਲੈਕਟ ਕਰਕੇ ਰਾਜ ਸਭਾ ਦੇ ਵਿੱਚ ਭੇਜਦੇ ਹਾਂ। ਮੀਨਸ ਇੱਥੇ ਡੈਮੋਕ੍ਰੇਟਿਕ ਸਿਸਟਮ ਹੈ, ਇੱਕ ਡੈਮੋਕ੍ਰੇਸੀ ਪਾਈ ਜਾ ਰਹੀ ਹੈ। ਦੈਨ ਸੇਮ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਿਹੜੀ ਹੈ ਚੱਲਦੀ ਪਈ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਪੋਲੀਟੀਕਲ ਲੈਵਲ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਫਾਰਮਸ ਜਿਹੜੀਆਂ ਗੌਰਮੈਂਟ ਦੀਆਂ ਹੁੰਦੀਆਂ, ਇਸੇ ਤਰ੍ਹਾਂ ਦੇ ਇਕਨੋਮਿਕ ਸਿਸਟਮਸ ਵੀ ਹੈ ਜਿਹੜੇ ਉਹ ਅਲੱਗ-ਅਲੱਗ ਹੁੰਦੇ ਆ। ਅਤੇ ਬੇਸਿਕ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਵੀ ਸਿਸਟਮ ਕੋਈ ਕੰਟਰੀ ਅਡੋਪਟ ਕਰਦੀ ਹੈ, ਉਸ ਸਿਸਟਮ ਨੂੰ ਇਕਨੋਮਿਕ ਸਿਸਟਮ ਕਿਹਾ ਜਾਂਦਾ। ਅਤੇ ਹੁਣ ਕੁਐਸਚਨ ਇਹ ਹੈ ਕਿ ਇਕਨੋਮਿਕ ਸਿਸਟਮ ਹੁੰਦੇ ਕੀ ਆ, ਕਿੰਨੀ ਪ੍ਰਕਾਰ ਦੇ ਇਕਨੋਮਿਕ ਸਿਸਟਮਸ ਹੁੰਦੇ ਆ। ਅਤੇ ਮੇਨ ਜੋ ਇਕਨੋਮਿਕ ਸਿਸਟਮਸ ਆਪਾਂ ਸਟੱਡੀ ਕਰਦੇ ਹਾਂ, ਉਹਦੇ ਵਿੱਚ ਕੈਪੀਟਲਿਸਟਿਕ ਇਕੋਨਮੀ, ਜਿਹਨੂੰ ਅਸੀਂ ਪੂੰਜੀਵਾਦੀ ਅਰਥ ਵਿਵਸਥਾ ਕਹਿ ਦਿੰਦੇ ਹਾਂ। ਦੂਸਰੀ ਸੋਸ਼ਲਿਸਟਿਕ ਇਕੋਨਮੀ ਐਂਡ ਥਰਡ ਹੈ ਮਿਕਸਡ ਇਕੋਨਮੀ। ਮਿਕਸਡ ਇਕੋਨਮੀ ਹੈ ਜਿਹੜੀ, ਇਹ ਕੈਪੀਟਲਿਸਟ ਐਂਡ ਸੋਸ਼ਲਿਸਟ, ਫਸਟ ਟੂ ਟਾਈਪਸ ਜਿਹੜੀਆਂ ਇਕੋਨਮੀਜ਼ ਦੀ ਆਪਾਂ ਗੱਲ ਕੀਤੀ ਹੈ, ਦੋਨਾਂ ਦਾ ਮਿਕਸਚਰ ਹੁੰਦਾ, ਔਰ ਇਹਨਾਂ ਦੇ ਮਿਕਸਚਰ ਨੂੰ ਆਪਾਂ ਮਿਕਸਡ ਇਕੋਨਮੀ ਕਹਿੰਦੇ ਹਾਂ। ਹੁਣ ਅਸੀਂ ਵਾਰ-ਵਾਰ ਗੱਲ ਤਾਂ ਕਰੀ ਜਾ ਰਹੇ ਹਾਂ ਇਕਨੋਮਿਕ ਸਿਸਟਮ ਜਾਂ ਇਕਨੋਮਿਕ ਪਾਲਿਸੀਜ਼। ਕੁਐਸਚਨ ਤਾਂ ਇਹ ਵੀ ਹੈ ਕਿ ਇਕੋਨਮੀ ਕੀ ਹੁੰਦੀ ਹੈ। ਇਕੋਨਮੀ ਇਜ਼ ਐਨ ਆਰਗੇਨਾਈਜੇਸ਼ਨ ਆਫ ਇਕਨੋਮਿਕ ਐਕਟੀਵਿਟੀਜ਼। ਇੱਕ ਉਹ ਆਰਗੇਨਾਈਜੇਸ਼ਨ ਜਿੱਥੇ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ, ਵਿਚ ਪ੍ਰੋਵਾਈਡਸ ਪੀਪਲ ਵਿਦ ਦਾ ਮੀਨਸ ਟੂ ਵਰਕ ਐਂਡ ਅਰਨ ਅ ਲਿਵਿੰਗ। ਉਹ ਸਿਸਟਮ ਜਿਹਦੇ ਵਿੱਚ ਲੋਕਾਂ ਨੂੰ ਆਪਣੇ ਸਰਵਾਈਵਲ ਦੇ ਲਈ, ਆਪਣੇ ਰਹਿਣ ਸਹਿਣ ਦੇ ਲਈ ਕੰਮ ਕਰਨ ਦੇ ਜਿਹੜੇ ਮੀਨਸ ਆ, ਤਰੀਕੇ ਆ, ਉਹ ਪ੍ਰੋਵਾਈਡ ਕੀਤੇ ਜਾਂਦੇ ਆ ਤਾਂ ਜੋ ਉਹ ਆਪਣੇ ਸਰਵਾਈਵਲ ਦੇ ਲਈ ਅਰਨ ਕਰ ਸਕਣ। ਉਹ ਜਿਹੜੀ ਆਰਗੇਨਾਈਜੇਸ਼ਨ ਹੋਏਗੀ, ਫਿਰ ਉਸ ਆਰਗੇਨਾਈਜੇਸ਼ਨ ਨੂੰ ਅਸੀਂ ਇਕੋਨਮੀ ਕਹਿੰਦੇ ਹਾਂ। ਅਤੇ ਉਹ ਜਿਹੜੀ ਇਕੋਨਮੀ ਹੈ, ਉਹ ਥਰੀ ਟਾਈਪਸ ਜਿਹੜੀਆਂ ਇਕੋਨਮੀ ਸਾਡੇ ਕੋਲ ਹੈਗੀਆਂ, ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਫਸਟ ਹੈ ਕੈਪੀਟਲਿਸਟਿਕ ਇਕੋਨਮੀ। ਕੈਪੀਟਲਿਸਟਿਕ ਇਕੋਨਮੀ ਜਿਹੜੀ ਇਸ ਟਾਈਮ 'ਤੇ ਪੂੰਜੀਵਾਦੀ ਇਕੋਨਮੀ, ਜਿਹੜੀ ਇਸ ਟਾਈਮ 'ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਲਗਭਗ ਕਾਫੀ ਹੱਦ ਤੱਕ ਸਾਡੇ ਇੱਧਰ ਵੀ ਅਮਰੀਕਾ, ਇੰਗਲੈਂਡ ਦੇ ਵਿੱਚ ਵੀ ਕੈਪੀਟਲਿਸਟਿਕ ਇਕੋਨਮੀ ਪਾਈ ਜਾਂਦੀ ਹੈ।
ਕੈਪੀਟਲਿਸਟਿਕ ਇਕੋਨਮੀ ਕੀ ਹੈ? ਇਜ਼ ਦਾ ਪੋਲੀਟੀਕਲ ਸਿਸਟਮ ਬੇਸਡ ਔਨ ਪ੍ਰਾਈਵੇਟ ਪ੍ਰੋਪਰਟੀ ਐਂਡ ਪ੍ਰਾਈਵੇਟ ਪ੍ਰੋਫਿਟ, ਜਿਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਜਿਹੜੀ ਜ਼ਿਆਦਾ ਹੋਏਗੀ, ਜਿਹੜਾ ਪ੍ਰੋਫਿਟ ਮੋਟਿਵ ਹੈ ਉਹ ਜ਼ਿਆਦਾ ਹੋਏਗਾ। ਕੈਪੀਟਲਿਸਟਿਕ ਇਕੋਨਮੀ ਹੈ ਜਿਹੜੀ, ਇਹਦਾ ਜਿਹੜਾ ਬੇਸਿਕ ਆਬਜੈਕਟਿਵ ਆ, ਜਿਹੜਾ ਇਹਦਾ ਬੇਸ ਹੈ ਉਹ ਪ੍ਰੋਫਿਟ ਮੋਟਿਵ ਹੋਏਗਾ। ਕੈਪੀਟਲਿਜ਼ਮ ਇਜ਼ ਦਾ ਪੋਲੀਟੀਕਲ ਇਕਨੋਮਿਕ ਸਿਸਟਮ ਆ ਜੋ ਪ੍ਰਾਈਵੇਟ ਪ੍ਰੋਪਰਟੀ ਐਂਡ ਪ੍ਰਾਈਵੇਟ ਪ੍ਰੋਫਿਟ ਦੇ ਉੱਪਰ ਬੇਸਡ ਹੈ। ਔਰ ਇਸ ਸਿਸਟਮ ਦੇ ਵਿੱਚ ਫੋਰਸਿਸ ਹੁੰਦੀਆਂ, ਇਕਨੋਮਿਕ ਫੋਰਸਿਸ ਦੇ ਵਿੱਚ ਦੋ ਇਕਨੋਮਿਕ ਫੋਰਸਿਸ ਜਿਹੜੀਆਂ ਮੇਨ ਹੁੰਦੀਆਂ, ਇੱਕ ਹੁੰਦੀ ਡਿਮਾਂਡ, ਇੱਕ ਹੁੰਦੀ ਸਪਲਾਈ। ਡਿਮਾਂਡ, ਤੁਸੀਂ ਕਿੰਨੀ ਡਿਮਾਂਡ ਕਰਦੇ ਹੋ, ਸਪਲਾਈ ਕਿਸੇ ਪ੍ਰੋਡਕਟ ਦੀ ਕਿੰਨੀ ਸਪਲਾਈ ਹੋ ਰਹੀ ਆ, ਅਤੇ ਡਿਮਾਂਡ ਐਂਡ ਸਪਲਾਈ ਦੇ ਥਰੂ ਡਿਟਰਮਿਨ ਹੁੰਦੇ ਆ ਪ੍ਰਾਈਜ਼ਸ। ਕੈਪੀਟਲਿਸਟਿਕ ਇਕੋਨਮੀ ਦੇ ਵਿੱਚ ਤਕਰੀਬਨ ਇਸੇ ਤਰ੍ਹਾਂ ਹੁੰਦਾ ਕਿ ਜੇ ਡਿਮਾਂਡ ਜ਼ਿਆਦਾ ਹੋ ਜਾਂਦੀ ਆ ਤਾਂ ਵੀ ਪ੍ਰਾਈਸ ਜ਼ਿਆਦਾ ਹੋ ਜਾਂਦਾ, ਜਾਂ ਜੇ ਸਪਲਾਈ ਘੱਟ ਜਾਏ ਤਾਂ ਵੀ ਪ੍ਰਾਈਸ ਜ਼ਿਆਦਾ ਹੋ ਜਾਂਦਾ। ਦੂਸਰੀ ਸਾਈਡ ਜੇ ਡਿਮਾਂਡ ਘੱਟ ਜਾਏ ਤਾਂ ਪ੍ਰਾਈਸ ਘੱਟ ਜਾਂਦਾ, ਜੇ ਸਪਲਾਈ ਵੱਧ ਜਾਏ ਤਾਂ ਵੀ ਪ੍ਰਾਈਸ ਘੱਟ ਜਾਂਦਾ। ਮੈਂ ਇੱਕ ਵਾਰ ਫਿਰ ਰਿਪੀਟ ਕਰਦੀ ਹਾਂ, ਪ੍ਰਾਈਸ ਦੇ ਵਿੱਚ ਰਾਈਜ਼ ਆਉਂਦੀ ਹੈ ਕੈਪੀਟਲਿਸਟਿਕ ਇਕੋਨਮੀ ਦੇ ਵਿੱਚ, ਕੀਮਤਾਂ ਦੇ ਵਿੱਚ ਵਾਧਾ ਹੁੰਦਾ, ਪ੍ਰਾਈਸ ਰਾਈਜ਼ ਕਰਦਾ ਕਦੋਂ? ਪ੍ਰਾਈਸ ਰਾਈਜ਼ ਕਰਦਾ ਹੈ ਕਦੋਂ? ਵੈਨ ਡਿਮਾਂਡ ਇਨਕਰੀਜ਼ਸ ਔਰ ਸਪਲਾਈ ਡਿਕਰੀਜ਼ਸ। ਅਤੇ ਪ੍ਰਾਈਸ ਫਾਲ ਕਰਦਾ ਹੈ, ਪ੍ਰਾਈਸ ਦੇ ਵਿੱਚ ਕਮੀ ਆਉਂਦੀ ਹੈ ਕਦੋਂ? ਵੈਨ ਡਿਮਾਂਡ ਫਾਲਸ ਐਂਡ ਸਪਲਾਈ ਰਾਈਜ਼ਸ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਕੋਨਮੀਜ਼ ਹੁੰਦੀਆਂ, ਇਹ ਆਮ ਕਰਕੇ ਲੈਜ਼ੇ ਫੇਅਰ ਇਕੋਨਮੀਜ਼ ਵੀ ਇਹਨਾਂ ਨੂੰ ਕਿਹਾ ਜਾਂਦਾ, ਜਾਂ ਫਰੀ ਮਾਰਕੀਟ ਇਕੋਨਮੀ ਵੀ ਕਹਿ ਦਿੰਦੇ ਆ। ਅਤੇ ਅਮੈਰੀਕਾ, ਜਾਪਾਨ, ਆਸਟ੍ਰੇਲੀਆ, ਯੂਰਪ, ਇਹ ਉਹ ਇਕੋਨਮੀਜ਼ ਆ ਜਿਨ੍ਹਾਂ ਦੇ ਵਿੱਚ ਇਸ ਟਾਈਮ 'ਤੇ ਕੈਪੀਟਲਿਜ਼ਮ ਆ ਜਿਹੜਾ ਉਹ ਪਾਇਆ ਜਾ ਰਿਹਾ। ਨੈਕਸਟ ਹੁੰਦਾ ਸੋਸ਼ਲਿਸਟ ਇਕੋਨਮੀ। ਸੋਸ਼ਲਿਸਟ ਇਕੋਨਮੀ ਕੈਪੀਟਲਿਸਟ ਇਕੋਨਮੀ ਤੋਂ ਇੱਕਦਮ ਅਲੱਗ ਹੈ। ਕੈਪੀਟਲਿਸਟ ਇਕੋਨਮੀ ਦਾ ਜਿਹੜਾ ਮੇਨ ਮੋਟਿਵ ਆ ਪ੍ਰਾਈਵੇਟਾਈਜੇਸ਼ਨ, ਪ੍ਰੋਫਿਟ ਮੈਕਸੀਮਾਈਜੇਸ਼ਨ। ਅਤੇ ਜਿਹੜਾ ਸੋਸ਼ਲਿਸਟ ਇਕੋਨਮੀ ਆ ਉਹ ਇੱਕ ਪਲੈਨਡ ਹੋਏਗੀ। ਹੁਣ ਪਲੈਨਡ 'ਤੇ ਕੋਈ ਅਥੋਰਟੀ ਕਰੇਗੀ, ਜਿਹੜੀ ਅਥੋਰਟੀ ਉਹਨੂੰ ਪਲਾਨ ਕਰੇਗੀ ਬਿਨਾਂ ਸ਼ੱਕ ਉਹ ਉਹਨੂੰ ਕਮਾਂਡ ਵੀ ਦੇਵੇਗੀ। ਇਸ ਲਈ ਇਸ ਇਕੋਨਮੀ ਨੂੰ ਪਲੈਨਡ ਇਕੋਨਮੀ ਜਾਂ ਫਿਰ ਕਮਾਂਡ ਇਕੋਨਮੀ ਕਿਹਾ ਜਾਂਦਾ। ਔਰ ਇਹਦੇ ਵਿੱਚ ਪ੍ਰਾਈਵੇਟ ਓਨਰਸ਼ਿਪ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹਦੇ ਵਿੱਚ ਜਿਹੜੀ ਓਨਰਸ਼ਿਪ ਆ ਪ੍ਰੋਪਰਟੀ ਦੀ ਜਾਂ ਕਿਸੇ ਵੀ ਪ੍ਰਕਾਰ ਦੀ ਜਿਹੜੀ ਓਨਰਸ਼ਿਪ ਆ ਉਹ ਪਬਲਿਕ ਦੀ ਹੋਏਗੀ। ਐਂਡ ਜਿਹੜਾ ਇਹਦਾ ਮੇਨ ਮੋਟਿਵ ਆ ਉਹ ਕੈਪੀਟਲਿਸਟ ਇਕੋਨਮੀ ਦੀ ਤਰ੍ਹਾਂ ਪ੍ਰੋਫਿਟ ਮੈਕਸੀਮਾਈਜੇਸ਼ਨ ਬਿਲਕੁਲ ਨਹੀਂ ਹੋਏਗਾ। ਇਹਦਾ ਜਿਹੜਾ ਮੇਨ ਮੋਟਿਵ ਆ ਉਹ ਸੋਸ਼ਲ ਵੈਲਫੇਅਰ ਹੋਏਗਾ। ਪਬਲਿਕ ਓਨਰਸ਼ਿਪ ਹੋਏਗੀ, ਸਭ ਦੀ ਓਨਰਸ਼ਿਪ ਹੋਏਗੀ, ਅਤੇ ਪ੍ਰੋਫਿਟ ਮੈਕਸੀਮਾਈਜੇਸ਼ਨ ਆਬਜੈਕਟਿਵ ਨਾ ਹੋ ਕੇ ਸੋਸ਼ਲ ਵੈਲਫੇਅਰ ਜਿਹੜਾ ਆਬਜੈਕਟਿਵ ਆ ਇਹ ਹੋਏਗਾ। ਪ੍ਰਾਈਜ਼ਸ ਆ ਜਿਹੜੀਆਂ ਬਿਨਾਂ ਸ਼ੱਕ ਜਿਹੜੀ ਇੱਕ ਅਥੋਰਟੀ ਜਿਹੜੀ ਪਲਾਨ ਕਰਦੀ ਪਈ ਆ, ਸਿਸਟਮ ਨੂੰ ਚਲਾਉਂਦੀ ਪਈ ਆ, ਪ੍ਰਾਈਜ਼ਸ ਉਹ ਅਥੋਰਟੀ ਡਿਸਾਈਡ ਕਰੇਗੀ। ਡਿਮਾਂਡ ਐਂਡ ਸਪਲਾਈ ਦੀਆਂ ਜਿਹੜੀਆਂ ਫੋਰਸਿਸ ਆ ਉਹ ਡਿਸਾਈਡ ਨਹੀਂ ਕਰਨਗੀਆਂ। ਔਰ ਸੋਸ਼ਲਿਸਟਿਕ ਕੰਟਰੀਜ਼ ਲਾਈਕ ਨਾਰਥ ਕੋਰੀਆ ਐਂਡ ਕਿਊਬਾ ਜਿਹੜੀਆਂ ਹੈਗੀਆਂ, ਉੱਥੇ ਇਹ ਸੋਸ਼ਲਿਸਟ ਇਕੋਨਮੀ ਜਿਹੜੀ ਉਹ ਪਾਈ ਜਾ ਰਹੀ ਹੈ, ਉਹ ਇਸ ਇਕੋਨਮੀ ਦੀ ਬੇਸ ਦੇ ਉੱਤੇ ਚੱਲ ਰਹੀਆਂ। ਨੈਕਸਟ ਹੈ ਮਿਕਸਡ ਇਕੋਨਮੀ। ਮਿਕਸਡ ਇਕੋਨਮੀ ਜਿਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਅਤੇ ਪਬਲਿਕ ਦੋਨਾਂ ਤਰ੍ਹਾਂ ਦੀ ਓਨਰਸ਼ਿਪ ਜਿਹੜੀ ਹੋਏਗੀ, ਪ੍ਰਾਈਵੇਟ ਓਨਰਸ਼ਿਪ ਵੀ ਹੋਏਗੀ, ਪਬਲਿਕ ਓਨਰਸ਼ਿਪ ਵੀ ਹੋਏਗੀ। ਮੀਨਜ਼ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਤਾਂ ਕੈਪੀਟਲਿਸਟਿਕ ਇਕੋਨਮੀ ਵੀ ਅਤੇ ਸੋਸ਼ਲਿਸਟ ਇਕੋਨਮੀ ਵੀ। ਪ੍ਰਾਈਵੇਟ ਓਨਰਸ਼ਿਪ ਮੀਨਜ਼ ਕੈਪੀਟਲਿਸਟ ਇਕੋਨਮੀ, ਪਬਲਿਕ ਓਨਰਸ਼ਿਪ ਮੀਨਜ਼ ਸੋਸ਼ਲਿਸਟ ਇਕੋਨਮੀ। ਜਦੋਂ ਦੋਨਾਂ ਦਾ ਕੰਬੀਨੇਸ਼ਨ ਹੋਏਗਾ ਅਤੇ ਉਹ ਇਕੋਨਮੀ ਜਿਹੜੀ ਆ ਉਹ ਮਿਕਸਡ ਇਕੋਨਮੀ ਹੋਏਗੀ। ਮਿਕਸਡ ਇਕੋਨਮੀ ਦੇ ਵਿੱਚ ਕੈਪੀਟਲਿਸਟ ਐਂਡ ਸੋਸ਼ਲਿਸਟ ਦੋਨਾਂ ਇਕੋਨਮੀਜ਼ ਦੇ ਜਿਹੜੇ ਫੀਚਰਸ ਹੋਣਗੇ। ਔਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇੰਡੀਪੈਂਡੈਂਸ ਤੋਂ ਬਾਅਦ ਸੋਸ਼ਲਿਜ਼ਮ ਅਤੇ ਕੈਪੀਟਲਿਜ਼ਮ ਦੋਨਾਂ ਨੂੰ ਅਡੋਪਟ ਕੀਤਾ ਇੰਡੀਆ ਨੇ। ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੀ ਲੀਡਰਸ਼ਿਪ ਦੇ ਵਿੱਚ ਇਹਨਾਂ ਦੋਨੋਂ ਪੈਟਰਨਸ ਨੂੰ ਇੰਡੀਆ ਨੇ ਅਡੋਪਟ ਕੀਤਾ, ਕਿਉਂਕਿ 1947 ਦੇ ਵਿੱਚ ਇੱਕ USSR ਜੋ ਸੋਸ਼ਲਿਸਟ ਪੈਟਰਨ ਹੈ ਜਿਹੜਾ ਇਕੋਨਮੀ ਦਾ ਉਹਨੂੰ ਫੋਲੋ ਕਰਦਾ ਸੀ, ਉਹ ਵੀ ਇੱਕ ਪਾਵਰ ਦੇ ਵਿੱਚ ਸੀ।
ਇੱਕ ਇੰਗਲੈਂਡ ਅਮਰੀਕਾ ਜਿਹੜੇ ਉਹ ਵੀ ਪਾਵਰ ਦੇ ਵਿੱਚ ਸੀ, ਉੱਥੇ ਕੈਪੀਟਲਿਜ਼ਮ ਜਿਹੜਾ ਉਹ ਚੱਲ ਰਿਹਾ ਸੀਗਾ। ਔਰ ਇਹ ਸਾਰੀਆਂ ਇਕੋਨਮੀਜ਼ ਨੇ ਪ੍ਰਭਾਵਿਤ ਕੀਤਾ ਇੰਡੀਆ ਨੂੰ ਬਿਨਾਂ ਸ਼ੱਕ। ਔਰ ਦੋਨਾਂ ਤਰ੍ਹਾਂ ਦੀਆਂ ਜਿਹੜੀਆਂ ਟਾਈਪਸ ਹੈਗੀਆਂ ਇਕੋਨਮੀ ਦੀਆਂ, ਇਹਨਾਂ ਦੋਨਾਂ ਤਰ੍ਹਾਂ ਦੀਆਂ ਟਾਈਪਸ ਨੂੰ ਲੈ ਕੇ ਇੱਕ ਮਿਕਸਚਰ ਜਿਹੜਾ ਬਣਾਇਆ ਗਿਆ, ਜਿਹਨੂੰ ਮਿਕਸਡ ਇਕੋਨਮੀ ਕਿਹਾ ਗਿਆ। ਮੀਨਸ ਜਿਹਦੇ ਵਿੱਚ ਕੈਪੀਟਲਿਸਟ ਵਾਲੇ ਫੀਚਰਸ ਵੀ ਸੀ ਔਰ ਸੋਸ਼ਲਿਸਟ ਇਕੋਨਮੀ ਦੇ ਫੀਚਰਸ ਵੀ ਸੀ। ਇਸ ਲਈ ਇਸ ਇਕੋਨਮੀ ਨੂੰ ਮਿਕਸਡ ਇਕੋਨਮੀ ਕਿਹਾ ਗਿਆ, ਕਿਉਂਕਿ ਨਹਿਰੂ ਜੀ ਦੇ ਨਾਲ ਹੋਰ ਬਹੁਤ ਸਾਰੇ ਲੀਡਰਸ ਜਿਹੜੇ ਆ ਜਾਂ ਥਿੰਕਰਸ ਆ, ਉਹ ਇੱਕ ਅਲਟਰਨੇਟਿਵ ਵਰਜ਼ਨ ਜਿਹੜਾ ਉਹ ਚਾਹੁੰਦੇ ਸੀ। ਉਹ ਇੱਕ ਅਲਟਰਨੇਟਿਵ ਇਕੋਨਮੀ, ਨਾ ਤੇ ਉਹ ਕੈਪੀਟਲਿਸਟਿਕ ਇਕੋਨਮੀ ਚਾਹੁੰਦੇ ਸੀ ਜਿਹਦੇ ਵਿੱਚ 100% ਪ੍ਰਾਈਵੇਟਾਈਜੇਸ਼ਨ ਹੈ, ਕੋਈ ਡਿਮਾਂਡ ਐਂਡ ਸਪਲਾਈ ਫੋਰਸਿਸ ਕੰਮ ਕਰਦੀਆਂ ਆ, ਅਤੇ ਲੈਜ਼ੇ ਫੇਅਰ ਪਾਲਿਸੀ ਹੈ। ਅਤੇ ਦੂਸਰੀ ਸਾਈਡ 'ਤੇ ਇੱਕ ਸੋਸ਼ਲਿਸਟਿਕ ਪੈਟਰਨ ਆ ਜਿਹਦੇ ਵਿੱਚ ਪੂਰੀ ਤਰ੍ਹਾਂ ਪਬਲਿਕ ਓਨਰਸ਼ਿਪ ਆ, ਜਿਹਦੇ ਵਿੱਚ ਮੇਨ ਮੋਟਿਵ ਵੈਲਫੇਅਰ ਹੈ। ਅਤੇ ਇਹਨਾਂ ਤੋਂ ਇਲਾਵਾ ਇੱਕ ਅਲਟਰਨੇਟਿਵ ਜਿਹੜਾ ਇਕੋਨਮੀ ਚਾਹੁੰਦੇ ਸੀ, ਅਤੇ ਅਲਟਰਨੇਟਿਵ ਇਕੋਨਮੀ ਜਿਹੜੀ ਆ ਉਹ ਦੋਨਾਂ ਕੈਪੀਟਲਿਜ਼ਮ ਐਂਡ ਸੋਸ਼ਲਿਜ਼ਮ ਦੋਨਾਂ ਦੇ ਮਿਕਸਚਰ ਤੋਂ ਤਿਆਰ ਕੀਤੀ ਗਈ। ਐਂਡ ਅੱਜ ਲਗਭਗ ਬਹੁਤ ਸਾਰੀਆਂ ਇਕੋਨਮੀਜ਼ ਹੈ ਜਿਹੜੀਆਂ ਮਿਕਸਡ ਇਕੋਨਮੀਜ਼ ਹੈਗੀਆਂ, ਕਿਉਂਕਿ ਬਹੁਤ ਸਾਰੀਆਂ ਇਕੋਨਮੀਜ਼ ਦੇ ਵਿੱਚ ਹੀ ਤਕਰੀਬਨ ਦੋਨੋਂ ਐਲੀਮੈਂਟਸ ਜਿਹੜੇ ਆ ਪਾਏ ਜਾਂਦੇ ਆ, ਐਲੀਮੈਂਟਸ ਆਫ ਕੈਪੀਟਲਿਜ਼ਮ ਐਂਡ ਸੋਸ਼ਲਿਸਟਿਕ ਇਕੋਨਮੀਜ਼ ਜਿਹੜੇ ਉਹ ਪਾਏ ਜਾਂਦੇ ਆ। ਔਰ ਇੰਡੀਆ ਦੇ ਵਿੱਚ ਤਾਂ ਬਿਨਾਂ ਸ਼ੱਕ ਕੈਪੀਟਲਿਸਟਿਕ ਐਂਡ ਸੋਸ਼ਲਿਸਟਿਕ ਇਕੋਨਮੀਜ਼ ਦੋਨਾਂ ਦੇ ਜਿਹੜੇ ਐਲੀਮੈਂਟਸ ਆ, ਦੋਨਾਂ ਦੇ ਜਿਹੜੇ ਫੀਚਰਸ ਆ ਪਾਏ ਜਾਂਦੇ ਆ। ਔਰ ਇੰਡੀਅਨ ਇਕੋਨਮੀ ਮਿਕਸਡ ਇਕੋਨਮੀ ਆ। ਮਿਕਸਡ ਇਕੋਨਮੀ ਮੀਨਸ ਜਿੱਥੇ ਪ੍ਰਾਈਵੇਟ ਓਨਰਸ਼ਿਪ ਵੀ ਹੋਏਗੀ, ਜਿੱਥੇ ਪਬਲਿਕ ਓਨਰਸ਼ਿਪ ਵੀ ਹੋਏਗੀ, ਜਿੱਥੇ ਪਲੈਨਡ ਇਕੋਨਮੀ ਵੀ ਹੋਏਗੀ, ਜਿੱਥੇ ਪ੍ਰੋਫਿਟ ਮੈਕਸੀਮਾਈਜੇਸ਼ਨ ਵੀ ਹੋਏਗਾ, ਜਿੱਥੇ ਪਬਲਿਕ ਵੈਲਫੇਅਰ ਦੀ ਗੱਲ ਵੀ ਕੀਤੀ ਜਾਏਗੀ। ਮੀਨਸ ਕੈਪੀਟਲਿਸਟਿਕ ਇਕੋਨਮੀ ਐਂਡ ਸੋਸ਼ਲਿਸਟਿਕ ਇਕੋਨਮੀ ਦੋਨਾਂ ਦੇ ਫੀਚਰਸ ਨੂੰ ਕੰਬਾਈਨ ਕਰਕੇ ਇੱਕ ਨਵੀਂ ਜਿਹੜੀ ਟਾਈਪ ਆਈ ਹੈ ਇਕੋਨਮੀ ਦੀ, ਜਿਹਨੂੰ ਅਸੀਂ ਮਿਕਸਡ ਇਕੋਨਮੀ ਕਹਿੰਦੇ ਆ, ਜਿਹੜੀ ਇਸ ਟਾਈਮ 'ਤੇ ਵੀ ਈਵਨ ਇੰਡੀਆ ਦੇ ਵਿੱਚ ਚੱਲਦੀ ਪਈ ਹੈ। 1947 ਦੇ ਵਿੱਚ ਇੰਡੀਆ ਨੇ ਇਸ ਜਿਹੜਾ ਪੈਟਰਨ ਆ, ਇਹ ਇਕਨੋਮਿਕ ਪੈਟਰਨ ਆ, ਇਸ ਪੈਟਰਨ ਨੂੰ ਅਡੋਪਟ ਕੀਤਾ ਸੀ। ਨੈਕਸਟ ਲੈਕਚਰ ਦੇ ਵਿੱਚ ਆਪਾਂ ਨੈਕਸਟ ਜਿਹੜਾ ਟੋਪਿਕ ਆ ਉਹ ਡਿਸਕਸ ਕਰਾਂਗੇ। ਥੈਂਕ ਯੂ।